देखो इस क्वेश्चन ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਚਾਰ ਸੈਂਟੈਂਸਸ ਦਿੱਤੇ ਨੇ, ਚਾਰਾਂ ਦੇ ਵਿੱਚੋਂ ਆਪਾਂ ਇੱਕ ਚੂਜ਼ ਕਰਨਾ ਹੈ ਕਿ ਕਿਹੜਾ ਸੈਂਟੈਂਸ ਸਹੀ ਹੈ ਕਿਹੜਾ ਗਲਤ ਹੈ। ਐਂਡ ਇਹ ਕੁਐਸਚਨ ਮੈਂ ਖੁਦ ਨਹੀਂ ਡਿਜ਼ਾਈਨ ਕੀਤਾ ਕਿਉਂਕਿ ਅਕਸਰ ਸਟੂਡੈਂਟਸ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਸਰ ਨੇ ਅਗਰ ਕੁਐਸਚਨ ਡਿਜ਼ਾਈਨ ਕੀਤਾ ਹੈ ਤਾਂ ਜਾਣਬੁੱਝ ਕੇ ਟੇਢਾ ਜਾਂ ਡਿਫਿਕਲਟ ਜਾਂ ਔਖਾ ਕੁਐਸਚਨ ਡਿਜ਼ਾਈਨ ਕੀਤਾ ਹੋਊਗਾ ਜਾਂ ਕੋਈ ਐਕਸੈਪਸ਼ਨਲ ਇਹੋ ਜਿਹਾ ਕੁਐਸਚਨ ਡਿਜ਼ਾਈਨ ਕੀਤਾ ਹੋਊਗਾ। ਠੀਕ ਹੈ, ਇਹ ਇੱਕ ਮਿਥ ਹੈ ਮੈਨੂੰ ਲੱਗਦਾ ਸਟੂਡੈਂਟਸ ਦੇ ਵਿੱਚ। मैं कोई क्वेश्चन डिजाइन नहीं किया, एक किताब च क्वेश्चन चुक्या है ਉਹਦੇ ਵਿੱਚ ਸੀਗਾ फाइंड द मोस्ट अप्रोप्रीएट सेंटेंस। ਤਾਂ ਤੁਸੀਂ ਇੱਕ ਵਾਰ ਟਰਾਈ ਕਰ ਸਕਦੇ ਹੋ। 400-500 ਸਟੂਡੈਂਟਸ ਨੇ ਸੈਂਟੈਂਸ ਟਰਾਈ ਕੀਤਾ ਸੀਗਾ, ਮੈਕਸਿਮਮ ਸਟੂਡੈਂਟਸ ਨੇ ਸੈਂਟੈਂਸ ਗਲਤ ਆਨਸਰ ਕੀਤਾ ਤੇ ਉਹ ਉਹਨਾਂ ਦਾ ਮਤਲਬ ਜੋ ਮੈਂ ਹੁਣ ਤੱਕ ਸਮਝ ਪਾਇਆ ਉਹ ਕਹਿ ਰਹੇ ਨੇ ਕਿ ਇਹ ਕੁਐਸਚਨ ਹੀ ਗਲਤ ਡਿਜ਼ਾਈਨ ਹੋਇਆ ਹੋਇਆ। ਦੇਖੋ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਕੀ ਹੈ। ਆਪਾਂ ਅੱਜ ਇੱਕ ਸ਼ਬਦ ਨੂੰ ਪੜਾਂਗੇ ਮੋਸਟ, ठीक है, तो हो सकता है कि 5-7-10 मिनट लग जाए, 15 मिनट लग जाए, लेकिन मैं तुम्हें ये शब्द समझाऊंगा, तुम्हें जिंदगी पर दोबारा पढ़ने की लोड़ नहीं पऊगी। ठीक है, देखो अपन पता है कि एडजेक्टिव है। ठीक है, कि ये एडजेक्टिव है। एडजेक्टिव किहदे लई यूज हुंदा, नाउन दे लई यूज हुंदा। जदों मैं लिखिया कि मैं लिखिया लिजा इज ब्यूटीफुल गर्ल, ब्यूटीफुल गर्ल। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਜਿਹੜਾ ਗਰਲ ਲਿਖਿਆ ਹੋਇਆ ਹੈ ਇਹ ਕਾਊਂਟੇਬਲ ਨਾਊਨ ਹੈ। ਕਿਹੋ ਜਿਹਾ ਨਾਊਨ ਹੈ? ਕਾਊਂਟੇਬਲ ਨਾਊਨ ਹੈ ਤੇ ਸਿੰਗੂਲਰ ਵੀ ਹੈ। ਸਿੰਗੂਲਰ ਕਾਊਂਟੇਬਲ ਨਾਊਨ ਕਦੇ ਵੀ ਕੋਈ ਲਿਖੋਗੇ ਤਾਂ ਉਹ ਵਿਦਆਊਟ ਆਰਟੀਕਲ ਨਹੀਂ ਲਿਖਿਆ ਜਾ ਸਕਦਾ। ਜਾਂ ਤਾਂ ਉੱਥੇ ਆਰਟੀਕਲ ਲਿਖੋ ਜਾਂ ਦੀ ਲਿਖੋ ਅਕੋਰਡਿੰਗ ਟੂ ਦਾ ਕੰਟੈਕਸਟ, ਅਕੋਰਡਿੰਗ ਟੂ ਦਾ ਸਿਚੁਏਸ਼ਨ। ਵੀ ਅਗਰ ਉਹ ਸਪੈਸੀਫਿਕ ਬਾਕਸ ਹੈ ਤਾਂ ਦੀ ਲਿਖ ਲਓ, ਅਗਰ ਨਹੀਂ ਤਾਂ ਏ ਲਿਖ ਲਓ। ਠੀਕ ਹੈ, ਹੁਣ ਆਪਾਂ ਨੂੰ ਇਹਦੇ ਲਈ ਆਰਟੀਕਲ ਯੂਜ਼ ਕਰਨਾ ਪਊਗਾ ਕਿਉਂਕਿ ਸਿੰਗੂਲਰ ਕਾਊਂਟੇਬਲ ਨਾਊਨ ਐਗਜ਼ਿਸਟ ਨਹੀਂ ਕਰ ਸਕਦਾ ਵਿਦਆਊਟ ਆਰਟੀਕਲ। ਹੁਣ ਆਪਾਂ ਸਪੋਜ਼ ਕਰ ਲਓ ਕਿ ਇੱਕ ਸਿਚੁਏਸ਼ਨ ਹੈ ਕਿ ਲੀਜ਼ਾ ਇਜ਼ ਅ ਸਟੂਡੈਂਟ ਜਾਂ ਇੱਕ ਗਰਲ ਹੈ, ਇੱਕ ਸਟੂਡੈਂਟ ਹੈ ਜਿਹਦੇ ਵਿੱਚ 30 ਸਟੂਡੈਂਟਸ ਪੜ੍ਹਦੇ ਕਲਾਸ ਹੈ। ਠੀਕ ਹੈ, ਉਹ 'ਚ 30 ਸਟੂਡੈਂਟਸ ਨੇ, ਉਹਦੇ ਵਿੱਚੋਂ 15 ਕੁੜੀਆਂ ਨੇ ਤੇ 15 ਮੁੰਡੇ ਨੇ। ਤਾਂ ਆਪਾਂ ਕਿਹਾ ਕਿ ਲੀਜ਼ਾ ਬਿਊਟੀਫੁਲ ਹੈ। ਠੀਕ ਹੈ, ਬਿਊਟੀਫੁਲ ਕੁੜੀ ਹੈ। ਤਾਂ ਇਹ ਜ਼ਰੂਰੀ ਨਹੀਂ ਕਿ ਸਿਰਫ ਇੱਕੋ ਹੀ ਬਿਊਟੀਫੁਲ। ਵਾਟ ਇਜ਼ ਸੋ ਸਪੈਸ਼ਲ ਅਬਾਊਟ ਯੂ, ਵਾਟ ਇਜ਼ ਸੋ ਮਤਲਬ ਸਪੈਸ਼ਲ ਹੈ ਨਾ, ਕਿ ਹੋਰ ਵੀ ਬਹੁਤ ਸਾਰੀਆਂ ਬਿਊਟੀਫੁਲ ਹੋ ਸਕਦੀਆਂ ਨੇ, ਹੋਣਗੀਆਂ ਵੀ। ਸੋ ਇਸ ਕਰਕੇ ਇਹ ਕੋਈ ਡੈਫੀਨੇਟ ਗਰਲ ਨਹੀਂ ਹੈ। ਠੀਕ ਹੈ, ਹੋਰ ਕੋਈ ਦੂਸਰੀਆਂ ਗਰਲਸ ਵੀ ਇਹੋ ਜਿਹੀਆਂ ਹੋ ਸਕਦੀਆਂ ਨੇ ਜਿਹਦੇ ਵਿੱਚ ਇਹ ਸੇਮ ਕੁਆਲਿਟੀ ਲਾਈ ਕਰਦੀ ਹੋਵੇ। ਸੋ ਇਸ ਕਰਕੇ ਦਿਸ ਇਜ਼ ਜਸਟ ਅਨਦਰ ਗਰਲ ਲਾਈਕ ਅਦਰ ਗਰਲਸ। ਇਹ ਵੀ ਕੋਈ ਉਹਨਾਂ ਦੇ ਵਿੱਚੋਂ ਇੱਕੋ ਹੀ ਹੈ। ਸੋ ਇਸ ਕਰਕੇ ਆਪਾਂ ਉਹਦੇ ਆਰਟੀਕਲ ਚੂਜ਼ ਕਰ ਲਾਂਗੇ। ਕਰ ਲਿਆ ਜੀ। ਸੋ ਆਪਾਂ ਲਿਖ ਲਿਆ ਆ ਬਿਊਟੀਫੁਲ ਗਰਲ। ਇੰਨੀ ਗੱਲ ਸਮਝ ਆ ਗਈ? ਠੀਕ ਹੈ ਜੀ। ਹੁਣ ਅਗਰ ਮੈਂ ਲਿਖਾਂ ਕਿ ਲੀਜ਼ਾ ਸਭ ਤੋਂ ਸੋਹਣੀ ਹੈ, ਮੈਂ ਕਹਾਂ ਲੀਜ਼ਾ ਇਹ ਸਭ ਤੋਂ ਸੋਹਣੀ ਹੈ ਬਲੈਂਕ ਮੋਸਟ ਬਿਊਟੀਫੁਲ, है ना, थोड़ा समझाने की कोशिश कर रहे हैं। गर्ल इन द क्लास। सो जो तुसी उरे लिखा ना इन द क्लास, तो इन द क्लास लिख के तुसी ये डिफाइन करता कि क्लास दे विचों सब तो सोहनी कुड़ी जो है वो कौन है? लीजा। इन्नी गल समझ आ गई। सो मैंने गल दसो कि जो तुसी इहदे बारे ये गल डिफाइन करती कि ये मोस्ट ब्यूटीफुल है, तो यह जी कोई होर कुड़ी होगी क्लास च? नहीं, क्योंकि ये तो हाईएस्ट डिग्री तो ये लवे अवेलेबल है ना, तो एक को ही होगा, 4 लवे तो हो नहीं सकती। अगर ये सब तो ज़्यादा सोहनी है तो मतलब ये स्पेसिफिक होगी या नहीं होगी? होगी। तो अगर ये नाउन स्पेसिफिक होगा, देखो सिंगुलर काउंटेबल नाउन है, आर्टिकल तो लगाना ही पऊगा, लेकिन उन्हें आ नहीं लगा सकते। अगर तुम आ मोस्ट ब्यूटीफुल लगाता तो यह मतलब ये होगा भी ये होर भी ने। अगर ये होर भी ने फिर ये सुप्रीम किमें होगी, सुपरलेटिव डिग्री किमें लगी। सुपरलेटिव का मतलब की है कि जो क्वालिटी ये होर किसी विच नहीं है। So which makes this girl, this noun specific, which is why we will use article the। पता लग गया? the article क्यों लाने? सो अपन लाना पिया। इन्नी गल समझ आ गई। हुण मोस्ट ब्यूटीफुल नूं तोड़न दा मैं तुहानूं दसदा तरीका की है। हुण जे तुसीं देखोगे जिहड़ा मोस्ट ब्यूटीफुल लिखा हुआ है ये अपने आप दे विच पूरा की है, एक एडजेक्टिव है। पूरा की है दोस्तों, एक एडजेक्टिव है। ठीक है, लेकिन मैं अगर तुहानूं ये पूछां कि इहदे विचों मोस्ट की है ते ब्यूटीफुल की है, एक्चुअल च जो अपना एडजेक्टिव है वो कौन है? ब्यूटीफुल। यह की अपना एडजेक्टिव है। इनू जो डिफाइन कर रहे, जो यदि डिग्री नू होर रेज कर रहे हैं या घटा रहे हैं, वधा रहे, उन्हें वधा रहे हैं। सो जो आह पुरानी लिखा है उन्हें यदि मतलब मीनिंग नू चेंज किया ना, कला शब्द तो यही सी, यदि डिग्री ने यदि इंटेंसिटी नू वधाने वाला शब्द कौन है? मोस्ट। तो मोस्ट किनू क्वालीफाई कर रहा है, किनू डिस्क्राइब कर रहा है? एडजेक्टिव नू। तो एडजेक्टिव नू डिस्क्राइब करने वाले शब्द होंगे ने एडवर्ब। सो इस करके मोस्ट का अगर तुहानूं कोई पूछे कि मोस्ट का पार्ट ऑफ स्पीच की है, फिर वो एडवर्ब है। लेकिन तुहानूं कोई पूरे का पूछे वो एडजेक्टिव है। किहो जिहा एडजेक्टिव है? सुपरलेटिव डिग्री। किहो जी डिग्री है? सुपरलेटिव डिग्री। पूरा पूछे जिवें मैं कहा शी ही इज नाइस। हुण नाइस की एक एडजेक्टिव है ना। फिर मैं कहा ही इज वेरी नाइस।
ਸੋ ਜੋ ਇਹ ਵੈਰੀ ਨਾਈਸ ਲਿਖਿਆ ਇਹ ਹੈ, ਇਹ ਤਾਂ ਐਡਜੈਕਟਿਵ ਹੈ। ਵੈਰੀ ਕੀ ਹੈ? ਵੈਰੀ ਨਾਈਸਨੈਸ ਨੂੰ ਵਧਾ ਰਿਹਾ ਹੈ। ਵੈਰੀ ਨੇ ਦੀ ਡਿਗਰੀ ਇੰਕਰੀਜ਼ ਕੀਤੀ, ਸੋ ਵੈਰੀ ਕਿਹਨੂੰ ਮੋਡੀਫਾਈ ਕਰ ਰਿਹਾ? ਐਡਜੈਕਟਿਵ ਨੂੰ। ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਵਾਲਾ ਮੋਡੀਫਾਈ ਕਰਨ ਵਾਲਾ ਉਹਨੂੰ ਵੀ ਕਹਿੰਦੇ ਐਡਵਰਬ। ਇੰਨੀ ਗੱਲ ਸਭ ਤੋਂ ਪਹਿਲਾਂ ਇਹ ਸਮਝਣੀ ਸੀ। ਸੋ ਸਭ ਤੋਂ ਪਹਿਲਾ ਕੁਐਸਚਨ ਜੋ ਮੈਂ ਹੁਣ ਤੁਹਾਨੂੰ ਪਾਇਆ ਸੀ ਉਹ ਇਹ ਸੀਗਾ, ਮੈਂ ਪੁੱਛਿਆ ਸੀਗਾ ਸ਼ੀ ਇਜ਼ ਅ ਮੋਸਟ ਬਿਊਟੀਫੁਲ ਗਰਲ ਇਨ ਦਾ ਕਲਾਸ। ਤਾਂ ਇਹ ਪੁੱਛਿਆ ਸੀ ਕਿ ਮੋਸਟ ਦਾ ਪਾਰਟਸ ਆਫ ਸਪੀਚ ਕੀ ਹੈ, ਤਾਂ ਮੈਕਸਿਮਮ ਸਟੂਡੈਂਟਸ ਨੇ ਉਰੇ ਵੀ ਐਡਜੈਕਟਿਵ ਯੂਜ਼ ਕੀਤਾ। ਤਾਂ ਮੋਸਟ ਨੂੰ ਲੈ ਕੇ ਆਪਾਂ ਇੰਨਾ ਕਨਫਿਊਜ਼ ਆ, ਬਸ ਆਪਾਂ ਯਾਦ ਕਰ ਲਿਆ ਕਿ ਐਵੇਂ ਐਵੇਂ ਐਵੇਂ, ਬਈ ਐਵੇਂ ਨਹੀਂ ਹੁੰਦੀਆਂ ਚੀਜ਼ਾਂ, ਠੀਕ ਹੈ। ਸੋ ਉਰੇ ਇਹ ਐਡਵਰਬ ਹੈ ਜੋ ਕਿਹਦੇ ਬਾਰੇ ਦੱਸ ਰਿਹਾ ਹੈ? ਇਸ ਐਡਜੈਕਟਿਵ ਬਾਰੇ ਦੱਸ ਰਿਹਾ। ਅਗਰ ਤੁਹਾਨੂੰ ਮੈਂ ਪੂਰਾ ਪੁੱਛਦਾ ਕਿ ਮੋਸਟ ਬਿਊਟੀਫੁਲ ਕੀ ਹੈ, ਫਿਰ ਉਹ ਐਡਜੈਕਟਿਵ। ਉਹ ਐਡਜੈਕਟਿਵ ਕਿਉਂ, ਐਡਵਰਬ ਕਿਉਂ ਨਹੀਂ? ਕਿਉਂਕਿ ਐਡਜੈਕਟਿਵ ਨਹੀਂ ਐਡਵਰਬ ਲਈ ਯੂਜ਼ ਹੋ ਰਿਹਾ, ਐਡਵਰਬ ਐਡਜੈਕਟਿਵ ਲਈ ਯੂਜ਼ ਹੋ ਰਿਹਾ। ਤਾਂ ਇਹਨਾਂ ਦੋਵਾਂ ਦੇ ਵਿੱਚੋਂ ਪ੍ਰਾਈਮ ਸ਼ਬਦ ਕਿਹੜਾ ਹੋਇਆ? ਐਡਜੈਕਟਿਵ ਜਾਂ ਐਡਵਰਬ? ਐਡਜੈਕਟਿਵ। ਕਿਉਂਕਿ ਅਗਰ ਐਡਜੈਕਟਿਵ ਨਹੀਂ ਲਿਖੋਗੇ ਫਿਰ ਐਡਵਰਬ ਲਿਖਣ ਦਾ ਮਤਲਬ ਕੀ ਹੋਇਆ? ਸੋ ਇਸ ਕਰਕੇ ਐਡਵਰਬ ਐਡਜੈਕਟਿਵ ਲਈ ਲਿਖਿਆ ਜਾ ਰਿਹਾ, ਤਾਂ ਐਡਜੈਕਟਿਵ ਜ਼ਿਆਦਾ ਇੰਪੋਰਟੈਂਟ ਹੋਇਆ ਨਾ, ਇਸ ਕਰਕੇ ਇਹ ਟੋਟਲ ਜੋ ਬਣੂਗਾ ਫਰੇਜ਼ ਉਹ ਕੀ ਬਣੂਗਾ? ਐਡਜੈਕਟਿਵ, ਠੀਕ ਹੈ। ਲੇਕਿਨ ਕੱਲਾ ਮੋਸਟ ਕੀ ਬਣੂਗਾ? ਐਡਵਰਬ। ਉਰੇ ਮੋਸਟ ਜੋ ਹੈ ਸੁਪਰੀਮ ਹੈ, ਉਹਦੀ ਡਿਗਰੀ ਨੂੰ ਇੰਕਰੀਜ਼ ਕੀਤਾ, ਜੋ ਕਿ ਉਹਨੇ ਕੀ ਬਣਾਤਾ? ਇਹਨੂੰ ਟੋਟਲ ਨੂੰ ਸੁਪਰਲੇਟਿਵ ਬਣਾਤਾ। ਇੰਨੀ ਗੱਲ ਸਮਝ ਆ ਗਈ। ਲੇਕਿਨ ਜ਼ਰੂਰੀ ਨਹੀਂ ਕਿ ਮੋਸਟ ਹਰ ਕਿਤੇ ਕੀ ਹੋਵੇ, ਕੀ ਹੋਵੇ? ਐਡਵਰਬ ਹੋਵੇ। ਇੱਕ ਸੈਂਟੈਂਸ ਹੈ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਮੈਂ ਸੈਂਟੈਂਸ ਨਹੀਂ ਲਿਖਿਆ, ਚਲੋ ਮੈਂ ਅੱਜ ਆ ਸੈਂਟੈਂਸ ਲਿਖਿਆ, ਧਿਆਨ ਨਾਲ ਸਮਝਣਾ। ਮੈਂ ਕਿਹਾ ਮੋਸਟ ਸਟੂਡੈਂਟਸ ਆਰ ਐਬਸੈਂਟ ਐਜ਼ ਇਟ ਇਜ਼ ਲੋਹੜੀ ਟੂਡੇ। ਸਪੋਜ਼ ਕਰ ਲਓ ਕਿ ਅੱਜ ਮੈਂ ਕਲਾਸ ਲਾਣੀ ਸੀ, ਠੀਕ ਹੈ। ਤਾਂ ਮੈਂ ਆਪਣੇ ਕੁਲੀਗ ਨੂੰ ਕਹਿ ਰਿਹਾ ਕਿ ਮੋਸਟ ਸਟੂਡੈਂਟਸ ਆਰ ਐਬਸੈਂਟ ਟੂਡੇ ਐਜ਼ ਬਿਕੋਜ਼ ਇਟ ਇਜ਼ ਐਬਸੈਂਟ ਬਿਕੋਜ਼ ਇਟ ਇਜ਼ ਲੋਹੜੀ ਟੂਡੇ। ਅੱਜ ਲੋਹੜੀ ਹੈ ਬਈ, ਇਸ ਕਰਕੇ ਜਵਾਕਾਂ ਨੇ ਛੁੱਟੀ ਮਨਾ ਲਈ, ਨਹੀਂ ਆਏ। ਉਰੇ ਮੈਂ ਮੋਸਟ ਯੂਜ਼ ਕੀਤਾ। ਮੈਨੂੰ ਇਹ ਦੱਸੋ ਭਰਾਵੋ ਜਾਂ ਭੈਣੋ, ਆਹ ਜਿਹੜਾ ਮੋਸਟ ਯੂਜ਼ ਕੀਤਾ ਇਹ ਕਿਹਦੇ ਲਈ ਯੂਜ਼ ਕੀਤਾ? ਸਟੂਡੈਂਟਸ ਦੇ ਲਈ। ਆਹ ਵਾਲਾ ਮੋਸਟ ਲਿਖੋਗੇ ਐਡਜੈਕਟਿਵ ਹੈ, ਹੈਗਾ ਐਡਜੈਕਟਿਵ ਹੈ। ਇਹਦੇ ਅੱਗੇ ਦੀ ਆਰਟੀਕਲ ਲਗਾ ਕੇ ਦਿਖਾਓ। ਕੀ ਇਹ ਮੋਸਟ ਨੇ ਸਟੂਡੈਂਟਸ ਨੂੰ ਸਪੈਸੀਫਿਕ ਕੀਤਾ? ਗੱਲ ਸਮਝ ਆ ਰਹੀ ਹੈ? ਸੋ ਯਾਦ ਨਹੀਂ ਕਰ ਸਕਦੇ ਦੋਸਤੋ। ਮੈਂ ਜਦੋਂ ਵੀ ਇੱਕ ਕੁਐਸਚਨ ਨੂੰ ਪਬਲਿਕ ਲੈ ਕੇ ਜਾਣਾ ਤਾਂ ਬਹੁਤ ਸੋਚ ਸਮਝ ਕੇ ਲੈ ਕੇ ਜਾਣਾ ਕਿ ਮੈਂ ਸਟੂਡੈਂਟਸ ਨੂੰ ਕੁਝ ਇਹੋ ਜਿਹਾ ਸਿਖਾ ਪਾਵਾਂ। ਮੇਰਾ ਐਫਰਟ ਇਹੀ ਰਹਿੰਦਾ ਕਿ ਮੈਂ ਕੁਝ ਵਧੀਆ ਸਿਖਾ ਪਾਵਾਂ ਸਟੂਡੈਂਟਸ ਨੂੰ, ਠੀਕ ਹੈ। ਜੋ ਤੁਸੀਂ ਕਿਤਾਬਾਂ 'ਚੋਂ ਕਿਤੇ ਤੁਹਾਨੂੰ ਨਹੀਂ ਸਿੱਖਣ ਨੂੰ ਮਿਲਿਆ, ਉਹ ਚੀਜ਼ ਤਾਂ ਮੈਂ ਤੁਹਾਡੇ ਤੱਕ ਲੈ ਕੇ ਜਾਵਾਂ। ਬੇਸਿਕ ਚੀਜ਼ਾਂ ਤਾਂ ਤੁਸੀਂ ਸਾਰੇ ਕਿਤੇ ਪੜ੍ਹ ਹੀ ਲਈਆਂ ਯਾਰ, ਠੀਕ ਹੈ। ਤਾਂ ਮੇਰਾ ਉਹੀ ਪਰਪਸ ਸੀ ਕੁਐਸਚਨ ਪਾਉਣ ਦਾ, ਹੋਰ ਕੋਈ ਪਰਪਸ ਨਹੀਂ ਸੀ, ਹੈ ਨਾ। ਕਿ ਮੈਂ ਅਗਰ ਤੁਹਾਨੂੰ ਲੱਗਦਾ ਕਿ ਯਾਰ ਮੈਂ ਫੰਨੇ ਖਾਂ ਬਣ ਕੇ ਦਿਖਾਉਣਾ ਜਾਂ ਮੈਂ ਇਹ ਬਣ ਕੇ ਦਿਖਾਉਣਾ ਕਿ ਮੈਨੂੰ ਜ਼ਿਆਦਾ ਆਉਂਦਾ, ਬਈ ਯਾਰ ਮੇਰਾ ਤੁਹਾਡੇ ਨਾਲ ਕੀ ਉਹ ਹੈ ਨਾ। ਤਾਂ ਬਹੁਤ ਸਾਰੇ ਸਟੂਡੈਂਟਸ ਤਾਂ ਸੋਚਦੇ ਨੇ ਕਿ ਐਕਸੈਪਸ਼ਨਲ ਪਾਤਾ ਜਾਂ ਫਿਰ ਇੱਦਾਂ ਐ ਹੋਣਾ ਚਾਹੀਦਾ ਸੀ, ਐ ਹੋਣਾ ਚਾਹੀਦਾ ਸੀ ਆਪਸ਼ਨ। ਬਈ ਆਪਾਂ ਅਗਰ ਉਹ ਚੀਜ਼ ਨਹੀਂ ਪੜ੍ਹੀ ਤਾਂ ਅਗਰ ਕੋਈ ਮੈਨੂੰ ਕੁਝ ਕਹਿੰਦਾ ਨਾ ਵੀ ਸਰ ਇਹ ਤੁਹਾਡਾ ਗਲਤ ਹੋ ਗਿਆ, ਤਾਂ ਮੈਂ ਵੀ 4 ਵਾਰ ਸੋਚਦਾ ਕਿ ਹੋ ਸਕਦਾ ਕਿ ਮੈਂ ਉਸ ਨਜ਼ਰੀਏ ਨਾਲ ਨਾ ਦੇਖ ਪਾਇਆ ਹਾਂ। ਤਾਂ ਹਮੇਸ਼ਾ ਜਦੋਂ ਵੀ ਆਪਾਂ ਕਿਸੇ ਤੋਂ ਕੁਝ ਸਿੱਖ ਰਹੇ ਹਾਂ ਤਾਂ ਹੰਬਲ ਰਹੋ, ਕਾਈਂਡ ਰਹੋ। ਤਾਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਜੋ ਸਮਝਾ ਰਿਹਾ। ਹੁਣ ਆ ਦੇਖ ਲਓ, ਠੀਕ ਹੈ। ਅੱਧਾ ਮੋਸਟ ਆਉਣਾ ਚਾਹੀਦਾ ਯਾਰ, ਆਪਸ਼ਨਸ ਸਹੀ ਪਾਓ ਯਾਰ, ਐਂ ਸੁਪਰਲੇਟਿਵ ਡਿਗਰੀ ਹੁੰਦਾ ਜੀ, ਇਹ ਹੁੰਦਾ ਜੀ, ਬਸ ਆਹੀ ਚੀਜ਼ਾਂ ਯਾਦ ਕੀਤੀਆਂ ਹੋਈਆਂ ਨੇ। ਇਸ ਤੋਂ ਬਾਅਦ ਆਪਾਂ ਉਸ ਸ਼ਬਦ ਦਾ ਬਿਹੇਵੀਅਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਇੱਕ ਦਿੱਕਤਾਂ ਨੇ ਆਪਣੇ ਨਾਲ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਹੁਣ ਜਿਹੜਾ ਆਪਾਂ ਇਹ ਸੈਂਟੈਂਸ ਲਿਖਿਆ, ਆਹ ਵਾਲਾ ਮੋਸਟ ਜੋ ਹੈ ਨਾ, ਜਦੋਂ ਤੁਸੀਂ ਲਿਖਿਆ ਦੀ ਮੋਸਟ ਬਿਊਟੀਫੁਲ, ਦੀ ਮੋਸਟ ਇੰਟਰਸਟਿੰਗ, ਦੀ ਮੋਸਟ ਟੈਲੈਂਟਡ, ਤਾਂ ਇਹਦੇ ਵਿੱਚ ਜੋ ਮੋਸਟ ਸੀ ਉਹ ਐਡਵਰਬ ਸੀ ਜੋ ਇਸ ਐਡਜੈਕਟਿਵ ਲਈ ਯੂਜ਼ ਹੋ ਰਿਹਾ ਸੀ, ਤੇ ਇਹ ਕੰਪਲੀਟ ਮਿਲ ਕੇ ਸੁਪਰਲੇਟਿਵ ਡਿਗਰੀ ਦਾ ਕੀ ਬਣਦਾ ਸੀ? ਐਡਜੈਕਟਿਵ ਬਣਦਾ ਸੀ। ਇਹ ਹੋਰ ਐਡਵਰਬ ਸੀ ਕਿਉਂਕਿ ਉਹ ਐਡਜੈਕਟਿਵ ਦੀ ਡਿਗਰੀ ਨੂੰ ਇਨਕਰੀਜ਼ ਕਰ ਰਿਹਾ ਹੈ। ਡਿਗਰੀ ਦਾ ਮਤਲਬ ਕੁਆਲਿਟੀ ਨੂੰ, ਐਡਜੈਕਟਿਵ ਦਾ ਕੁਆਲਿਟੀ, ਕੁਆਲਿਟੀ ਤਾਂ ਘੱਟ ਵੱਧ ਸਕਦੀ ਹੈ, ਤਾਂ ਹੀ ਤਾਂ ਡਿਗਰੀ ਬਣੀ ਹੈ ਨਾ, ਠੀਕ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ, ਉਰੇ ਮੋਸਟ ਜੋ ਹੈ ਉਹ ਇਹਦਾ ਨੰਬਰ ਦੱਸ ਰਿਹਾ। ਆਹ ਮੋਸਟ ਦਾ ਮਤਲਬ ਕੀ ਹੈ? ਠੀਕ ਹੈ। ਇਹਦੇ ਅੱਗੇ ਦੀ ਲਾ ਦੋਗੇ ਨਾ ਕਾਟਾ ਵੱਜੂ, ਧਿਆਨ ਰੱਖਣਾ। ਸੋ ਅੱਖਾਂ ਬੰਦ ਕਰਕੇ ਯਾਦ ਨਾ ਕਰਿਆ ਕਰੋ ਕਿ ਮੋਸਟ ਲੱਗ ਗਿਆ ਸੁਪਰਲੇਟਿਵ ਹੈ, ਦੀ ਆਊਗਾ, ਇਹ ਆਊਗਾ, ਐਵੇਂ ਦਾ ਕੁਝ ਨਹੀਂ। ਇਹ ਗੱਲ ਸਮਝ ਆ ਗਈ? ਇੰਨਾ ਤਾਂ ਪਤਾ ਲੱਗ ਗਿਆ ਨਾ ਕਿ ਮੋਸਟ ਹਰ ਜਗ੍ਹਾ ਸੇਮ ਨਹੀਂ ਹੁੰਦਾ। ਤਾਂ ਕਿਸੇ ਵੀ ਵਰਡ ਦੀ ਕਿਹੜੀ ਵੈਲਿਊ ਨਹੀਂ ਹੁੰਦੀ? ਹਮੇਸ਼ਾ ਕਿਹਦੀ ਵੈਲਿਊ ਹੁੰਦੀ ਹੈ? ਬਈ ਮੇਰੀ ਪਹਿਲੀ ਕਲਾਸ, ਮੈਨੂੰ 8 ਸਾਲ ਹੋ ਗਏ ਪੜ੍ਹਾਉਂਦੇ, ਮੇਰੀ ਪਹਿਲੀ ਕਲਾਸ ਉਦੋਂ ਸ਼ੁਰੂ ਹੁੰਦੀ ਹੈ ਵੀ ਕਿਸੇ ਵੀ ਵਰਡ ਦੀ ਫੇਸ ਨਹੀਂ ਫੰਕਸ਼ਨ ਦੀ ਵੈਲਿਊ ਹੁੰਦੀ, ਠੀਕ ਹੈ। ਆ ਜਾਓ ਹੁਣ ਤੁਹਾਨੂੰ ਮੈਂ ਮੋਸਟ ਦੇ ਕੁਐਸਚਨ ਦੱਸਦਾ। ਹੁਣ ਤੁਸੀਂ ਧਿਆਨ ਨਾਲ ਸਮਝਣਾ, ਹੋਰ ਹੀ ਸਮਝਾ ਦੇਣਾ। ਇੱਕ ਤਾਂ ਜਦੋਂ ਤੁਸੀਂ ਲਿਖਿਆ ਮੋਸਟ, ਜੋ ਤੁਸੀਂ ਇਹਦੇ ਨਾਲ ਲਿਖਤਾ ਬਿਊਟੀਫੁਲ ਤੇ ਗਰਲ, ਠੀਕ ਹੈ। ਅਗਰ ਤੁਸੀਂ ਇਹਦੇ ਨਾਲ ਦੀ ਲਾਤਾ ਤਾਂ ਇਹਦਾ ਮਤਲਬ ਇਹ ਇੱਕ ਐਡਵਰਬ ਹੈ ਜੋ ਇਹਨੂੰ ਮੋਡੀਫਾਈ ਕਰਕੇ ਕੀ ਬਣਾ ਰਿਹਾ? ਸੁਪਰਲੇਟਿਵ ਬਣਾ ਰਿਹਾ।
ਤਾਂ ਇਹ ਦਾ ਮਤਲਬ ਇਹ ਸੁਪਰੀਮ ਇਹਦੇ ਵਰਗੀ ਕੋਈ ਹੋਰ ਹੈ ਨਹੀਂ। ਤਾਂ ਉਰੇ ਕੀ ਹੋ ਰਿਹਾ, ਕੰਪੈਰੀਜ਼ਨ ਹੋ ਰਿਹਾ। ਕੰਪੈਰੀਜ਼ਨ ਕਿਹੋ ਜਿਹਾ ਹੋ ਰਿਹਾ, 1 ਵਰਸਿਸ ਆਲ, ਸਭ ਦੇ ਨਾਲ ਕੰਪੈਰੀਜ਼ਨ ਹੋ ਰਿਹਾ। ਇੰਨੀ ਗੱਲ ਸਮਝ ਆ ਗਈ। ਲੇਕਿਨ ਮੋਸਟ ਦਾ ਇੱਕ ਹੋਰ ਮੀਨਿੰਗ ਵੀ ਹੁੰਦਾ, ਮੋਸਟ ਦਾ ਮੀਨਿੰਗ ਹੁੰਦਾ ਵੈਰੀ। ਯਾਦ ਕਰ ਲਓ ਅੱਜ, ਮੋਸਟ ਦਾ ਸਿਨੋਨੀਅਮ ਹੈ ਕੀ ਹੈ, ਵੈਰੀ। ਠੀਕ ਹੈ, ਹੁਣ ਜਦੋਂ ਮੈਂ ਇਹ ਗੱਲ ਲਿਖੂੰਗਾ ਨਾ, ਜਦੋਂ ਮੈਂ ਇਹ ਗੱਲ ਲਿਖੀ ਲੀਜ਼ਾ ਇਜ਼ ਬਲੈਂਕ ਬਿਊਟੀਫੁਲ, ਮੋਸਟ ਬਿਊਟੀਫੁਲ, गर्ल, एक मैं सेंटेंस लिखा। हुण उरे दसना कि ए आऊगा या दी आऊगा। हुण उरे नहीं ना कंपैरिजन किया होया, तुसीं कहोगे सर पहला तो उरे तुसीं कहंदे सी कंपैरिजन किया। भाई सेंटेंस पढ़ो ना, पहला सेंटेंस की लिखिया सी, कंपेयर कर लो सेंटेंस नूं, पढ़ो की लिखिया सेंटेंस, सेंटेंस की लिखा है इन द। सो I am comparing this girl with all the girls that are present in the class. So उरे जो most beautiful बने ना, ਇਹਦਾ मतलब ਕੀ ਹੈ 1 versus all, ਤਾਂ ਇਹ सुपरलेटिव डिग्री है, ਤਾਂ ही वो गर्ल स्पेसिफिक हुई है, ਉਹਦੇ ਵਰਗੀ ਕੋਈ ਹੋਰ ਹੈ ਨਹੀਂ, ਤਾਂ ही ਉਰੇ ਦੀ ਦਾ ਆਰਟੀਕਲ ਆਇਆ। लेकिन अगर ਤੁਸੀਂ in the class नहीं लिखोगे ਤਾਂ ਇਹਦਾ मतलब ਇਹਦਾ कंपैरिजन नहीं हो रहा। मैं क्या, she is a nice girl, ठीक है। अच्छा मैं नाइस या नाइस लिखा, ठीक है, मेरी राइटिंग थोड़ी ज़्यादा बढ़ी है। फिर मैं लिखा शी इज आ या दी वेरी नाइस, तो तुम दी ला के दिखा दो, नहीं ला सकते ना, की आऊगा, इन्नी गल समझ आ गई। सो उरे वेरी लिखा ना, वेरी ने तो जस्ट ये दसिया भी थोड़ी ये डिग्री बढ़ गई, बस कंपेयर नहीं किया। जो तुम सुपरलेटिव डिग्री करोगे तो कंपेयर होगा, तो उरे कंपेयर है नहीं। तो उरे जो तुसी मोस्ट लिखा है ना दोस्त, ये मोस्ट का मतलब उरे की है, वेरी है, ये अंडरस्टूड है। अगर तुहानू इन्नी गल समझ आ गई तो उरे जो दा मीनिंग वेरी है, तो ये जस्ट एक ब्यूटीफुल गर्ल है लाइक एनी अदर गर्ल्स, यू आर वेरी ब्यूटीफुल गर्ल लाइक एनी अदर, होर भी बहुत वेरी ब्यूटीफुल हैगियां ने, तो इस करके उरे आर्टिकल आऊगा। इन्नी गल समझ आ गई। आज हजे कहानी खत्म नहीं हुई, हजे मतलब अपना माइंड समझ आ गया, आप एक्सेप्ट करने को रेडी नहीं है। ये हो सकता मैं आज तक पढ़ी ही नहीं, यही तो दिक्कत ने, जो नहीं पढ़िया आप उन्होंने एक्सेप्ट ही नहीं करना चाहते। क्वेश्चन पेपर का क्वेश्चन है, माई फर्स्ट फोन वॉज द मोस्ट एक्सपेंसिव वन बट द सेकंड फोन वॉज इवन मोर एक्सपेंसिव। तेन पढ़ना सेंटेंस की है, वो की कह रहा है, माई फर्स्ट फोन वॉज द मोस्ट एक्सपेंसिव वन। अगर तुम ये गल कहती कि द मोस्ट एक्सपेंसिव, तो यदा मतलब की है कि उस तो ज्यादा एक्सपेंसिव तो कोई होर होना ही नहीं चाहिए सी, है ना, यही मतलब हो रहा है। लेकिन उन्होंने लिखा बट द सेकंड वॉज इवन मोर का मतलब इस तो भी ज्यादा सी। तो अगर वो सुप्रीम सी तो सुप्रीम तो उत्थे कित्थे चले गए बई, नहीं जा सकते ना। तो यदा मतलब जिहड़ा आह मोस्ट लिखा हुआ है, ये मोस्ट सुप्रीम नहीं है, सुपरलेटिव डिग्री नहीं है, ये तुसी दस रहे सी कि बहुत एक्सपेंसिव सी। बहुत का मतलब ਇਹਦਾ मतलब उरे की है कि वेरी एक्सपेंसिव। अगर ये वेरी एक्सपेंसिव है ना दोस्त, दी आर्टिकल लगा के दिखा दो, काटा बज जाना। So you are just saying it was very expensive, but this one is, but या फिर second one is even more expensive, उस तो भी ज़्यादा महंगा। तो अगर ये 20,000 का सी या 5,000 का सी, तो ये 22,000 का। गल समझ आ गई। सो इस चीज़ को समझ लो दोस्त, ठीक है। अगर ये तुहानू हुण समझ आ गया, आ जाओ क्वेश्चन ते। मैं जो हमेशा क्वेश्चन पढ़ना ना, बहुत सोच समझ के पढ़ना। अब पढ़ लो, उन्हें की लिखा, लीना इज आ मोस्ट इंटेलिजेंट स्टूडेंट इन द क्लास। पूरे जड़ा ये मोस्ट इंटेलिजेंट लिखे सुपरलेटिव डिग्री है, क्योंकि उन्हें मैंशन किया इन द क्लास। लीना का कंपैरिजन हो गया बाकी सारी कुड़ियां दे नाल जो क्लास दे विच ने, इस करके उरे आना चाहिए सी दी दा आर्टिकल, इस करके सेंटेंस हो गया गलत। लीना इज द मोस्ट इंटेलिजेंट स्टूडेंट, हुण दी मोस्ट यूज कर लिया, लेकिन उरे कंपैरिजन नहीं हो रहा। अगर उरे कंपैरिजन नहीं हो रहा तो उरे मोस्ट का मतलब की हो गया, वेरी। अगर उरे मोस्ट का मतलब वेरी हो गया तो उरे की आना चाहिए सी ए, तो ए सेंटेंस भी गलत हो गया। लीना इज आ मोस्ट इंटेलिजेंट स्टूडेंट, तो आ मोस्ट का मतलब की है अ वेरी इंटेलिजेंट स्टूडेंट, तो इस करके सेंटेंस केड़ा सही हो गया, सी। डी भी पढ़ लो,
ਲੀਨਾ ਇਜ਼ ਮੋਸਟ ਇੰਟੈਲੀਜੈਂਟ ਸਟੂਡੈਂਟ ਇਨ ਦ ਕਲਾਸ, ਤਾਂ ਆਹ ਸਟੂਡੈਂਟ ਸਿੰਗੂਲਰ ਕਾਊਂਟੇਬਲ ਨਾउन ਸੀ, ਇਹਦੇ ਲਈ ਤਾਂ ਤੁਸੀਂ ਆਰਟੀਕਲ ਹੀ ਯੂਜ਼ ਕੀਤਾ, ਇਸ ਕਰਕੇ ਇਹ ਵੀ ਗਲਤ। ਗੱਲ ਸਮਝ ਆ ਰਹੀ ਹੈ? ਤਾਂ ਜਦੋਂ ਉਹ 4 ਸੈਂਟੈਂਸ ਦੇ ਨਾ ਵੀ ਚਾਰਾਂ ਚੋਂ ਇੱਕ ਚੂਜ਼ ਕਰਨਾ ਹੈ ਐਂਡ ਸਭ ਤੋਂ ਜ਼ਿਆਦਾ ਸੂਟੇਬਲ ਹੋ ਸਕਦਾ ਵੀ 2 ਸਹੀ ਹੋਣ, ਲੇਕਿਨ ਉਹਨਾਂ ਤੋਂ ਵੀ ਜ਼ਿਆਦਾ ਕਿਹੜਾ ਵਧੀਆ ਹੈ ਉਹ ਚੂਜ਼ ਕਰੋ, ਇਹੋ ਜਿਹੇ ਸੈਂਟੈਂਸ ਦੇ ਨੰਬਰ ਘਟਾਉਂਦੇ ਨੇ। ਪੇਪਰ ਦਾ ਹੀ ਕੁਐਸਚਨ ਹੈ, ਮਤਲਬ ਬੁੱਕ ਦਾ ਕੁਐਸਚਨ ਹੈ ਇਹ, ਠੀਕ ਹੈ। ਹੁਣ ਇੱਕ ਹੋਰ ਤੁਹਾਨੂੰ ਬੁੱਕ ਦਾ ਕੁਐਸਚਨ ਦਿਖਾਣਾ, ਧਿਆਨ ਨਾਲ ਸਮਝਣਾ। ਬੁੱਕ ਦਾ ਹੀ ਕੁਐਸਚਨ ਆ ਦੇਖੋ, ਇਹ ਮੈਂ ਸਕਰੀਨਸ਼ਾਟ ਵੀ ਲੈ ਕੇ ਆਇਆ, ਆ ਪੜ੍ਹ ਲਓ। ਆ ਲਾਈਕ ਹਿਮ because he is the most interesting fellow because of his amiable nature। amiable ਦਾ ਮਤਲਬ ਕੀ ਹੁੰਦਾ, ਜਿਹੜਾ ਇਨਸਾਨ ਵਾਲਾ ਰੌਲਾ ਨਾ ਪਾਵੇ, ਜਲਦੀ ਜਲਦੀ ਐਗਰੀ ਕਰ ਜੇ ਵੀ ਹਾਂ ਚੱਲ ਤੂੰ ਕਿਹਾ ਮੈਂ ਮੰਨ ਲੈਣਾ ਤੇਰੀ ਗੱਲ, ਠੀਕ ਹੈ। ਤਾਂ ਮੈਂ ਲਿਖਿਆ ਹੈ ਸੈਂਟੈਂਸ I like him because ਕਿਉਂ, because he is the most interesting fellow। because fellow ਕਿਉਂ ਹੈ, ਸਭ ਤੋਂ ਜ਼ਿਆਦਾ ਇੰਟਰਸਟਿੰਗ ਕਿਉਂ ਹੈ, ਉਹਦਾ ਕਾਰਨ ਦਿੱਤਾ ਅੱਗੇ, because of his amiable nature। amiable ਐਡਜੈਕਟਿਵ ਹੈ ਜਿਹਦਾ ਮਤਲਬ ਹੈ ਫਰੈਂਡਲੀ ਜਾਂ ਪਲੀਜ਼ੈਂਟ ਨੇਚਰ, ਠੀਕ ਹੈ। ਹੁੰਦਾ ਨਾ ਬਈ ਇੱਕ ਤਾਂ ਇਨਸਾਨ ਲੜਾਕੂ ਹੁੰਦਾ, ਲੜਾਕੂ ਨਹੀਂ ਹੈ, ਫਰੈਂਡਲੀ ਹੈ, ਜੋ ਵੀ ਤੁਸੀਂ ਉਹਨੂੰ ਕਹੋਗੇ ਹਾਂ ਹਾਂ ਮਿਲਾਉਣ ਵਾਲਾ। ਇੱਕ ਐਮੀਕੇਬਲ ਵੀ ਹੁੰਦਾ, ਉਹ ਵੀ ਐਡਜੈਕਟਿਵ ਹੁੰਦਾ। ਸੋ ਉਰੇ ਤੁਸੀਂ ਇਹਦਾ ਕੰਪੈਰੀਜ਼ਨ ਕਰ ਰਹੇ ਹੋ ਕਿਤੇ, ਕੰਪੈਰੀਜ਼ਨ ਨਹੀਂ ਕੀਤਾ। ਸੋ ਇਸ ਕਰਕੇ ਆਹ ਮੋਸਟ ਦਾ ਮਤਲਬ ਕੀ ਹੈ, ਬੁੱਕ ਦਾ ਕੁਐਸਚਨ ਹੈ, ਐਸਪੀ ਬਖਸ਼ੀ ਬੁੱਕ ਦਾ ਕੁਐਸਚਨ ਹੈ, 157 ਜਾਂ 58 ਜਾਂ 159 ਨੰਬਰ ਪੇਜ ਤੇ ਚੈੱਕ ਕਰ ਲਿਓ। ਐਡਜੈਕਟਿਵ ਦੀ ਐਕਸਰਸਾਈਜ਼ ਦਾ ਕੁਐਸਚਨ ਹੈ, 8ਵਾਂ ਕੁਐਸਚਨ। ਆਹ ਕੁਐਸਚਨ ਤੁਸੀਂ ਟਰਾਈ ਕਰਨਾ। ਹੁਣ ਤੁਸੀਂ ਦੱਸਣਾ ਕਿ ਇਹ ਕੁਐਸਚਨ ਸਹੀ ਲਿਖਿਆ ਹੈ ਜਾਂ ਇਹਦਾ ਆਨਸਰ ਚੇਂਜ ਹੋਊਗਾ, ਕਮੈਂਟ ਕਰਕੇ ਦੱਸਣਾ ਦੋਸਤੋ, ਠੀਕ ਹੈ। ਐਂਡ ਮੈਂ ਦੁਬਾਰਾ ਕਹਿਣਾ ਕਿ ਮੈਂ ਜੋ ਤੁਹਾਨੂੰ ਮੇਰਾ ਐਫਰਟ ਜੋ ਹੁੰਦਾ ਨਾ, ਸੋ ਜਿਹੜੇ ਸਟੂਡੈਂਟਸ ਇਸ ਗੱਲ ਨੂੰ ਸਮਝ ਗਏ ਤਾਂ ਠੀਕ ਹੈ, ਜਿਹੜੇ ਨਹੀਂ ਸਮਝੇ ਮੈਨੂੰ ਉਹਨਾਂ ਤੋਂ ਕੋਈ ਫਰਕ ਨਹੀਂ ਪੈਂਦਾ। ਥੈਂਕ ਯੂ।